ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਮਾਨ ਮੰਤਰੀ ਮੰਡਲ ਦਾ ਵਿਸਤਾਰ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ। ਦਵਿੰਦਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ। ਦਵਿੰਦਰ ਜੀ, ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ 3.5 ਮਹੀਨੇ ਤੋਂ ਵੱਧ ਸਮਾਂ ਜਿਹੜਾ ਬੀਤ ਚੁੱਕਿਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਮੰਤਰੀ ਮੰਡਲ ਦੇ ਵਿੱਚ ਪਹਿਲਾ ਵਿਸਤਾਰ ਹੈ ਜਿਹੜਾ ਉਹ ਕਰਨ ਜਾ ਰਹੀ ਹੈ। ਹੁਣ ਤੋਂ ਕੁਝ ਦੇਰ ਬਾਅਦ ਹੀ 5 ਨਵੇਂ ਮੰਤਰੀ ਹੈ ਜਿਹੜੇ ਉਹ ਮੰਤਰੀ ਮੰਡਲ 'ਚ ਸ਼ਾਮਲ ਹੋਣਗੇ, ਸਹੁੰ ਚੁੱਕਣਗੇ। ਇਸ ਨਾਲ ਗੱਲ ਕਰੀਏ ਤਾਂ ਮੰਤਰੀ ਮੰਡਲ ਦੇ ਵਿੱਚ ਮੁੱਖ ਮੰਤਰੀ ਸਣੇ 15 ਦੀ ਗਿਣਤੀ ਜਿਹੜੀ ਹੈ ਹੋ ਜਾਏਗੀ ਅਤੇ 3 ਹਲੇ ਵੀ ਬਾਕੀ ਨੇ, ਕਿਉਂਕਿ 18 ਬਣ ਸਕਦੇ ਨੇ। ਅਸੀਂ ਜਾਣਨਾ ਚਾਹਾਂਗੇ ਇਹ ਕੈਬਨਿਟ ਦੇ ਵਿੱਚ ਕਿਸ ਹਿਸਾਬ ਸਿਰ ਮੰਤਰੀਆਂ ਦੀ ਚੋਣ ਕੀਤੀ ਗਈ ਹੈ। ਕੀ ਮਾਲਵਾ, ਮਾਝਾ, ਦੁਆਬਾ ਖਿੱਤੇ ਵਾਈਜ਼ ਵੀ ਕੋਈ ਨਾ ਕੋਈ ਧਿਆਨ ਰੱਖਿਆ ਗਿਆ? ਇਹ ਕਿਵੇਂ ਚੋਣ ਕੀਤੀ ਗਈ? ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਕੰਪਲੀਟ ਜਿਹੜਾ ਮੁਕੰਮਲ ਮੰਤਰੀ ਮੰਡਲ ਹੋਣਾ ਬਹੁਤ ਜ਼ਰੂਰੀ ਹੈ। ਤਾਂ ਹੀ ਤੁਸੀਂ ਇੱਕ ਵਧੀਆ ਸਾਫ ਸੁਥਰਾ ਕਹਿ ਲਓ ਜਾਂ ਸਹੀ ਪ੍ਰਸ਼ਾਸਨ ਦੇ ਸਕੋਗੇ, ਸਹੀ ਇਨਸਾਫ ਕਰ ਸਕੋਗੇ, ਮਹਿਕਮਿਆਂ ਦਾ ਕੰਮਕਾਰ ਹੋ ਸਕਦਾ ਹੈ। ਫਿਰ ਉਦੋਂ ਬਾਅਦ ਆ ਜਾਂਦਾ ਜਿਹੜੇ ਅਸੀਂ ਜਰਨਲਿਸਟ ਹੁੰਦੇ ਹਾਂ, ਜਿਹੜੇ ਵਾਚ ਡੌਗ ਦਾ ਕੰਮ ਕਰਨੇ, ਅਸੀਂ ਉਹਨਾਂ ਦੀ ਪੁਣਛਾਣ ਕਰ ਸਕਦੇ ਹਾਂ ਕਿਹੜਾ ਮੰਤਰੀ ਕਿੰਨੇ ਪਾਣੀ 'ਚ ਹੈ, ਕਿਹੜਾ ਮੰਤਰੀ ਕਿਸ ਤਰ੍ਹਾਂ ਦਾ ਪਰਫਾਰਮ ਕਰ ਰਿਹਾ, ਕੀ ਕੰਮ ਕਰ ਰਿਹਾ, ਸਾਨੂੰ ਵੀ ਦੇਖਣਾ ਸੌਖਾ ਹੋ ਜਾਊਗਾ। ਹੁਣ ਕਿਉਂਕਿ ਪੰਜਾਬੀ ਦੀਆਂ ਆਸਾਂ ਉਮੀਦਾਂ ਬਹੁਤ ਜਗਾਤੀਆਂ ਸੀ, ਜਿਹੜੀ ਅਸੀਂ ਕਹਿ ਲਈਏ ਜਿਹੜੀ ਸਾਬਕਾ ਇਸ ਤੋਂ ਪਹਿਲਾਂ ਚੋਣ ਹੋਈ ਹੈਗੀ 2022 ਦੀ। ਇਸੇ ਕਰਕੇ ਪੰਜਾਬ ਦੇ ਲੋਕਾਂ ਨੇ 92 ਸੀਟਾਂ ਨੇ ਜਿਹੜੀਆਂ ਉਹ ਆਮ ਆਦਮੀ ਪਾਰਟੀ ਦੀ ਝੋਲੀ 'ਚ ਪਾਈਆਂ ਅਤੇ ਲੋਕਾਂ ਨੂੰ ਆਸਾਂ ਉਮੀਦਾਂ ਬਹੁਤ ਨੇ। ਆਸਾਂ ਉਮੀਦਾਂ 'ਤੇ ਕੋਈ ਵੀ ਸਰਕਾਰ ਉਦੋਂ ਹੀ ਖਰੀ ਉਤਰ ਸਕਦੀ ਹੈ ਜਦੋਂ ਮੁਕੰਮਲ ਰੂਪ ਦੇ ਵਿੱਚ ਸਹੀ ਅਰਥਾਂ ਦੇ ਵਿੱਚ ਉਹ ਸਰਕਾਰ ਕੰਮ ਕਰੇ। ਹਜੇ ਅਸੀਂ ਇਹ ਦੇਖੀਏ ਵੀ 3.5 ਮਹੀਨਿਆਂ ਦੇ ਕਾਰਜਕਾਲ ਦੌਰਾਨ ਜਿਹੜਾ ਮੰਤਰੀ ਮੰਡਲ ਮੁਕੰਮਲ ਨਹੀਂ ਸੀ। 10 ਮੰਤਰੀ ਜਿਹੜੇ ਮੁੱਖ ਮੰਤਰੀ ਸਮੇਤ ਬਣੇ ਸੀ, ਉਹਨਾਂ 'ਚੋਂ ਵੀ ਇੱਕ ਜਿਹੜਾ ਸਰਕਾਰ ਨੂੰ ਫੜ ਕੇ ਅੰਦਰ ਦੇਣਾ ਪੈ ਗਿਆ, ਕਿਉਂਕਿ ਉਹਨੇ ਰਿਸ਼ਵਤ ਮੰਗਣ ਦੇ ਜਿਹੜੇ ਹੈ ਉਸ ਮੰਤਰੀ 'ਤੇ ਦੋਸ਼ ਲੱਗੇ ਸੀ। ਸਾਬਕਾ ਜਿਹੜੇ ਸਿਹਤ ਮੰਤਰੀ ਵਿਜੇ ਸਿੰਗਲਾ 'ਤੇ ਆਪਾਂ ਕਹਿ ਲਈਏ, ਉਹਦੇ ਦੋਸ਼ ਲੱਗੇ ਅਤੇ ਉਹ ਫੜ ਕੇ ਅੰਦਰ ਦਿੱਤਾ। ਉਸ ਤੋਂ ਪਹਿਲਾਂ 9 ਰਹਿ ਗਏ। ਹੁਣ ਇਸ ਹਾਲਤ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਕੋਲ ਜਿਹੜੇ ਹੈ 27-28 ਵਿਭਾਗ ਜਿਹੜੇ ਹੈ ਉਹਨਾਂ ਦੇ ਕੋਲ ਸੀ। ਉਹਨਾਂ 'ਚ ਸਭ ਤੋਂ ਮਹੱਤਵਪੂਰਨ ਡਿਪਾਰਟਮੈਂਟ ਨੇ, ਖਾਸ ਕਰਕੇ ਜਿਵੇਂ ਅਸੀਂ ਲੈ ਲਈਏ ਵੀ ਪੰਜਾਬ ਇੱਕ ਖੇਤੀਬਾੜੀ ਪ੍ਰਧਾਨ ਸੂਬਾ ਹੈ, ਅਗਰੇਰੀਅਨ ਸਟੇਟ ਹੈ, ਖੇਤੀਬਾੜੀ ਦਾ ਮਹਿਕਮਾ ਉਹਨਾਂ ਕੋਲ ਹੈ। ਸ਼ਹਿਰਾਂ ਦੇ ਵਿਕਾਸ ਨਾਲ ਜੁੜਿਆ ਹੋਇਆ ਜਿਹੜਾ ਸਥਾਨਕ ਸਰਕਾਰਾਂ ਵਿਭਾਗ ਉਹਨਾਂ ਕੋਲ ਹੈ। ਅਰਬਨ ਡਿਵੈਲਪਮੈਂਟ ਅਤੇ ਮਕਾਨ ਉਸਾਰੀ ਵਿਭਾਗ ਉਹਨਾਂ ਕੋਲ ਹੈ। ਅਤੇ ਇਸ ਤਰ੍ਹਾਂ ਅਸੀਂ ਕਰ ਲਈਏ ਤਕਨੀਕੀ ਸਿੱਖਿਆ, ਹੋਰ 27 ਮਹਿਕਮੇ ਨੇ ਜੇ ਅਸੀਂ ਇਕੱਲਾ ਗਿਣ 'ਚ ਨਾ ਪਈਏ। ਤਾਂ ਇਹ ਮਹੱਤਵਪੂਰਨ ਮਹਿਕਮਿਆਂ ਦਾ ਇਨਸਾਫ ਤਾਂ ਹੀ ਹੋ ਸਕਦਾ ਹੈ, ਉਹਨਾਂ ਦਾ ਕੰਮਕਾਰ ਤਾਂ ਹੀ ਹੋ ਸਕਦਾ ਹੈ ਜੇ ਇੰਡੀਪੈਂਡੈਂਟ ਜਿਹੜੇ ਹੈ ਮੰਤਰੀ ਹੋਣਗੇ। ਇਹ ਪਤਾ ਲੱਗ ਜੂਗਾ ਕੱਲ੍ਹ ਤੱਕ ਜਾਂ ਅੱਜ ਸ਼ਾਮ ਤੱਕ ਵੀ ਕਿਹੜੇ ਮੰਤਰੀ ਨੂੰ ਕਿਹੜਾ ਮਹਿਕਮਾ ਦਿੰਦੇ ਹੈ। ਹੁਣ ਵੀ ਕਿਉਂਕਿ ਮੰਤਰੀਆਂ ਕੋਲ ਜਿਹੜੇ ਆ 3-3, 4-4 ਵਿਭਾਗ ਨੇ ਜਿਹੜੇ ਉਹ ਸਾਂਭੇ ਹੋਏ ਨੇ, ਕਿਉਂਕਿ ਮੰਤਰੀ ਪਹਿਲਾਂ ਹੀ ਘੱਟ ਸੀਗੇ। ਇਸ ਲਈ ਅਸੀਂ ਇਹ ਕਹਿ ਸਕਦੇ ਹਾਂ ਵੀ ਵੈਸੇ ਤਾਂ ਕਾਨੂੰਨ ਤੌਰ 'ਤੇ ਪੰਜਾਬ ਦੇ ਵਿੱਚ 18 ਮੰਤਰੀ ਜਿਹੜੇ ਆ ਉਹ ਬਣ ਸਕਦੇ ਨੇਗੇ। 15 ਮੰਤਰੀ ਫਿਰ ਵੀ ਅਸੀਂ ਕਹਾਂਗੇ ਵੀ ਮੁੱਖ ਮੰਤਰੀ ਸਮੇਤ 15 ਮੰਤਰੀਆਂ ਦਾ ਬਣ ਜਾਣਾ ਇੱਕ ਸਫੀਸ਼ੈਂਟ ਜਿਹੜਾ ਅਸੀਂ ਕਹਿ ਸਕਦੇ ਹਾਂ, ਅਤੇ ਵਿਭਾਗਾਂ ਨਾਲ ਇਨਸਾਫ ਕਰ ਸਕਦੇ ਨੇ। ਅਤੇ ਬਾਕੀ ਕਿਸ ਤਰ੍ਹਾਂ ਦਾ ਇਨਸਾਫ ਕਰਦੇ ਨੇ, ਕਿਸ ਤਰ੍ਹਾਂ ਪਰਫਾਰਮ ਕਰਦੇ ਨੇ, ਇਹ ਆਪਾਂ ਆਉਣ ਵਾਲੇ ਸਮੇਂ 'ਚ ਇਹਨਾਂ ਦੀ ਕਾਰਗੁਜ਼ਾਰੀ ਦੇਖਾਂਗੇ, ਕਾਰਗੁਜ਼ਾਰੀ ਦੀ ਨਿਰਖ ਪਰਖਾਂਗੇ, ਕਾਰਗੁਜ਼ਾਰੀ ਦੀ ਸਮੀਖਿਆ ਕਰਕੇ ਲੋਕਾਂ ਨੂੰ ਵੀ ਦੱਸਾਂਗੇ ਵੀ ਤੁਹਾਡਾ ਫਲਾ ਮੰਤਰੀ ਕਿਹੋ ਜਿਹਾ ਕੰਮ ਕਰ ਰਿਹਾ, ਕਿਤੇ ਕੀ ਕਰ ਰਿਹਾ, ਵਿਜੇ ਸਿੰਗਲੇ ਵਾਂਗ ਕਰਦੇ ਆ ਜਾਂ ਉਸ ਤੋਂ ਬਹੁਤ ਵਧੀਆ ਕਰਦੇ ਆ, ਕਿਸ ਤਰ੍ਹਾਂ ਦਾ ਕਰਦੇ ਆ, ਇਹ ਆਉਣ ਵਾਲੇ ਸਮੇਂ 'ਚ ਜਿਹੜਾ ਪਤਾ ਲੱਗ ਜੂ। ਜਿਹੜਾ ਤੁਸੀਂ ਦੂਜਾ ਸਵਾਲ ਪੁੱਛਿਆ ਸੀ ਖਿੱਤੇ ਵਾਈਜ਼ ਅਤੇ ਵਰਗ ਵਾਈਜ਼, ਜਿਹੜਾ ਪੰਜਾਬ ਦੇ ਵਿੱਚ ਆਮ ਤੌਰ 'ਤੇ ਕੀ ਹੈ, ਕਿਉਂਕਿ ਮਿਨੋਰਟੀ ਡੋਮੀਨੇਟਿੰਗ ਸਟੇਟ ਹੈ, ਇਹਦੇ ਵਿੱਚ ਆਮ ਤੌਰ 'ਤੇ ਇੱਕ ਸੰਤੁਲਨ ਬਣਾਉਣ ਦੀ ਕੋਸ਼ਿਸ਼ ਜਿਹੜੀ ਹੈ ਸਰਕਾਰਾਂ ਵੱਲੋਂ ਕੀਤੀ ਜਾਂਦੀ ਰਹੀ ਹੈ। ਹੁਣ ਤੱਕ ਪਿਛੋਕੜ 'ਚ ਅਸੀਂ ਦੇਖਿਆ ਜਾਵੇ, ਚਾਹੇ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਰਹੀ ਹੈ, ਚਾਹੇ ਕਾਂਗਰਸ ਦੀ ਅਗਵਾਈ ਵਾਲੀ। ਸਭ ਤੋਂ ਪਹਿਲਾਂ ਉਹਨਾਂ ਦੀ ਪ੍ਰਮੁੱਖਤਾ ਇਹ ਹੁੰਦੀ ਸੀ ਵੀ ਮਾਝਾ, ਮਾਲਵਾ ਅਤੇ ਦੁਆਬਾ ਤਿੰਨਾਂ ਖਿੱਤਿਆਂ ਨੂੰ ਜਿਹੜਾ ਹੈ ਉਹ ਇੱਕ ਬਰਾਬਰ ਦੀ ਅਹਿਮੀਅਤ ਜਿਹੜੀ ਹੈ ਉਹ ਦਿੱਤੀ ਜਾਵੇ, ਜਾਂ ਸੀਟਾਂ ਦੇ ਆਧਾਰ 'ਤੇ ਅਹਿਮੀਅਤ ਦਿੱਤੀ ਜਾਵੇ। ਹੁਣ ਕਿਉਂਕਿ ਦੇਖੋ ਮਾਲਵੇ ਦੇ ਵਿੱਚ ਅਸੀਂ ਲੈ ਲਈਏ ਵੀ 69 ਸੀਟਾਂ ਜਿਹੜੀਆਂ ਇਕੱਲੇ ਮਾਲਵੇ ਦੇ ਵਿੱਚ ਪੈਂਦੀਆਂ ਨੇਗੀਆਂ। 69 ਦੇ ਵਿੱਚੋਂ 66 ਸੀਟਾਂ ਤਾਂ ਇਹਨਾਂ ਨੂੰ ਹੀ ਆਪ ਨੂੰ ਹੀ ਆਈਆਂ ਹੋਈਆਂ ਨੇ। ਅਤੇ ਇਸ ਲਈ ਐਡਾ ਵੱਡਾ ਮੈਂਡੇਟ ਜਦੋਂ ਮਿਲਿਆ ਹੁੰਦਾ ਹੈਗਾ ਅਤੇ ਉਦੋਂ ਫਿਰ ਸੰਤੁਲਨ ਬਣਾਉਣਾ ਸਰਕਾਰਾਂ ਲਈ ਬਹੁਤ ਵੱਡਾ ਚੈਲੰਜ ਹੁੰਦਾ ਹੈਗਾ। ਮੁੱਖ ਮੰਤਰੀ ਸਮੇਤ ਜਿਹੜੇ ਹੈ 9 ਮੰਤਰੀ ਜਿਹੜੇ ਨੇ ਇਸ ਵੇਲੇ ਅਸੀਂ ਇਹ ਕਹਿ ਲਈਏ ਵੀ ਮਾਲਵੇ ਖਿੱਤੇ ਨੂੰ ਬਿਲੋਂਗ ਕਰਦੇ ਨੇ। ਇਸ ਮਾਲਵੇ ਦਾ ਰੋਪੜ ਅਤੇ ਮੋਹਾਲੀ ਡਿਸਟ੍ਰਿਕਟ ਵੀ ਆ ਗਿਆ। ਇਹ ਜਿਹੜਾ ਪੁਆਧ ਦਾ ਏਰੀਆ ਇਹਦੇ ਵੀ 2 ਮੰਤਰੀ ਜਿਹੜੇ ਹਰਜੋਤ ਬੈਂਸ ਪਹਿਲਾ ਮੰਤਰੀ ਹੈ ਅਤੇ ਅਨਮੋਲ ਗਗਨ ਮਾਨ ਦਾ ਅੱਜ ਸਹੁੰ ਚੱਕਣੀ ਹੈ, ਉਹਦਾ ਨਾਂ ਸ਼ਾਮਲ ਹੈ। ਉਸ ਤੋਂ ਬਿਨਾਂ ਅਸੀਂ ਪੁਰਾਣਾ ਸੰਗਰੂਰ ਜ਼ਿਲ੍ਹਾ ਕਹਿ ਲਈਏ, ਮੁੱਖ ਮੰਤਰੀ ਸਮੇਤ ਉਸ ਜ਼ਿਲ੍ਹੇ ਇਕੱਲੇ ਜ਼ਿਲ੍ਹੇ ਦੇ 4 ਜਿਹੜੇ ਆ ਮੰਤਰੀ
ਉਸ ਇਕੱਲੇ ਜ਼ਿਲ੍ਹੇ 'ਚੋਂ ਆ ਗਏ। ਹਾਲਾਂਕਿ ਜਿਹੜੇ ਵੱਡੇ ਜ਼ਿਲ੍ਹੇ ਮੰਨੇ ਜਾਂਦੇ ਆ, ਲੁਧਿਆਣਾ ਅਸੀਂ ਕਹਿ ਲਈਏ, ਪਟਿਆਲਾ ਨੂੰ ਤਾਂ ਨੁਮਾਇੰਦਗੀ ਮਿਲ ਗਈ, ਲੁਧਿਆਣਾ ਨੂੰ ਅਜੇ ਨੁਮਾਇੰਦਗੀ ਨਹੀਂ ਮਿਲੀ। ਅਤੇ ਜਿਹੜੇ ਹੋਰ ਕਈ ਜ਼ਿਲ੍ਹੇ ਨੇ ਅਸੀਂ ਕਹਿ ਲਈਏ ਵੀ ਜਿਨ੍ਹਾਂ ਨੂੰ ਹਜੇ ਨੁਮਾਇੰਦਗੀ ਨਹੀਂ ਮਿਲੀ। ਫਿਰ ਉਸ ਤੋਂ ਬਾਅਦ ਅਗਲੀ ਵਾਰੀ ਆ ਜਾਂਦੀ ਹੈ ਦੁਆਬਾ ਜੀ। ਦੁਆਬੇ ਦੇ ਵਿੱਚੋਂ ਸਾਰੇ ਦੇ ਵਿੱਚੋਂ ਇੱਕੋ ਮੰਤਰੀ ਹੈ, ਬ੍ਰਹਮ ਪ੍ਰਕਾਸ਼ ਜਿੰਪਾ, ਜਿਹੜੇ ਪਹਿਲਾਂ ਮੰਤਰੀ ਸੀਗੇ ਉਹੀ ਹੈ, ਉਹਨੂੰ ਲੈ ਗਏ। ਮਾਝਾ ਨੂੰ ਇਸ ਬਾਰੇ ਚੰਗਾ ਜਿਹੜਾ ਹਿੱਸਾ ਮਿਲ ਗਿਆ। ਅਸੀਂ ਕਹਿ ਸਕਦੇ ਹਾਂ ਵੀ 5 ਮੰਤਰੀ ਨੇ ਜਿਹੜੇ ਉਹ ਮਾਝੇ ਖਿੱਤੇ ਨੂੰ ਜਿਹੜੇ ਆ ਉਹ ਬਿਲੋਂਗ ਕਰਦੇ ਨੇਗੇ। ਅਤੇ ਇਸ ਤਰ੍ਹਾਂ ਨਾਲ ਮਾਝਾ ਅਤੇ ਮਾਲਵਾ ਜਿਹੜੇ ਆ ਅੱਛੀ ਨੁਮਾਇੰਦਗੀ ਲੈਣ 'ਚ ਇਸ ਸਰਕਾਰ ਦੇ ਵਿੱਚ ਹਾਸਲ ਹੋ ਗਏ। ਦੁਆਬੇ ਦੇ ਪੱਲੇ ਜਿਹੜੀ ਇੱਕ ਤਰ੍ਹਾਂ ਨਾਲ ਨਿਰਾਸ਼ਾ ਪਈ ਹੈ, ਉਹਨੂੰ ਨੁਮਾਇੰਦਗੀ ਜਿਹੜੀ ਹੈ ਉਹ ਘੱਟ ਮਿਲੀ ਹੈ। ਜਿਹੜਾ ਦੂਸਰਾ ਅਸੀਂ ਇੱਕ ਹੋਰ ਅਹਿਮ ਪਹਿਲੂ ਜਿਹੜਾ ਇਹਦੇ ਵਿੱਚ ਅਸੀਂ ਦੇਖਦੇ ਹਾਂ ਵੀ ਆਮ ਤੌਰ 'ਤੇ ਸਰਕਾਰਾਂ ਦੇ ਵਿੱਚ ਕੀ ਹੁੰਦਾ ਸੀ ਵੀ ਜਿੰਨੇ ਵੱਧ ਵਾਰੀ ਕੋਈ MLA ਜਿੱਤਦਾ ਸੀ ਉਹਦੇ ਮੰਤਰੀ ਬਣਨ ਦੇ ਜਿਹੜੇ ਚਾਂਸ ਜ਼ਿਆਦਾ ਹੁੰਦੇ ਸੀ, ਆਸਾਰ ਜ਼ਿਆਦਾ ਹੁੰਦੇ ਸੀ, ਸੰਭਾਵਨਾਵਾਂ ਜ਼ਿਆਦਾ। ਹੁਣ ਜਦੋਂ ਪਹਿਲੀ ਵਾਰੀ ਕੈਬਨਿਟ ਦਾ ਵਿਸਥਾਰ ਹੋਇਆ, ਉਦੋਂ ਜਿਹੜੇ ਪੁਰਾਣੇ ਜਿੱਤੇ ਹੋਏ ਅਸੀਂ ਕਹਿ ਦਈਏ MLA ਸੀ, ਉਹ 3 ਬੰਦਿਆਂ ਨੂੰ ਜਿਹੜੀ ਨੁਮਾਇੰਦਗੀ ਦਿੱਤੀ ਗਈ ਸੀ। ਇੱਕ ਤਾਂ ਸਪੀਕਰ ਬਣੇ ਸੀ ਕੁਲਤਾਰ ਸੰਧਵਾ, ਦੂਜੇ ਗੁਰਮੀਤ ਹੇਰ ਅਤੇ ਹਰਪਾਲ ਚੀਮਾ ਉਹ ਬਣੇ ਸੀਗੇ। ਇਸ ਵਾਰ ਜਿਹੜਾ ਉਹ ਇਕੱਲੇ ਅਮਨ ਅਰੋੜਾ ਨੂੰ ਜਿਹੜਾ ਹੈ ਉਹ ਨੁਮਾਇੰਦਗੀ ਮਿਲੀ ਹੈ। ਹਾਲਾਂਕਿ ਦੂਜੀ ਵਾਰੀ ਜਿੱਤੇ ਹੋਏ ਬਹੁਤ ਚਰਚਾ ਸੀ ਅਤੇ ਬਹੁਤ ਜ਼ੋਰ ਅਜਮਾਈ ਵੀ ਕਹਿੰਦੇ ਸੂਤਰ ਕਹਿੰਦੇ ਨੇ ਕੀਤੀ, ਜਿਵੇਂ ਪ੍ਰੋਫੈਸਰ ਬਲਜਿੰਦਰ ਕੌਰ ਸੀ, ਸਰਬਜੀਤ ਕੌਰ ਮਾਣੂਕੇ ਸੀ, ਹੋਰ ਕਈਆਂ ਨੇ MLA, ਪ੍ਰਿੰਸੀਪਲ ਬੁੱਧਰਾਮ ਸੀ, ਉਹਦਾ ਨਾਂ ਕਾਫੀ ਚੱਲਦਾ ਸੀ। ਇਸ ਤਰ੍ਹਾਂ ਉਹਨਾਂ ਦਾ ਜ਼ੋਰ ਅਜਮਾਈ ਕੀਤੀ ਵੀ ਪੁਰਾਣੇ ਜਿਹੜੇ ਦੂਜੀ ਵਾਰ ਜਿੱਤੇ ਹੋਏ MLA ਨੇ ਉਹਨਾਂ ਦੇ ਪੱਲੇ ਇੱਕ ਤਰ੍ਹਾਂ ਨਾਲ ਅਸੀਂ ਇਹ ਕਹਦੇ ਹਾਂ ਵੀ ਸਾਰੀ ਜ਼ੋਰ ਅਜਮਾਈ ਤੋਂ ਬਾਅਦ ਵੀ ਹਜੇ ਅੱਜ ਦੀ ਤਰੀਕ 'ਚ, ਅੱਜ ਦੀ ਘੜੀ 'ਚ ਹਜੇ ਨਿਰਾਸ਼ਾ ਪੱਲੇ ਪਈ ਹੈ। ਕੀ ਕ੍ਰਾਈਟੀਰੀਆ ਕੀ ਦੇਖਿਆ ਜਾਂਦਾ ਹੈ ਵੀ ਕੀ ਉਸ ਤਰ੍ਹਾਂ ਦੇਖਿਆ ਜਾਂਦਾ ਹੈ ਪਾਰਟੀ ਪ੍ਰਤੀ ਲੋਇਲ ਜਾਂ ਇੱਕ ਕਿਸੇ ਬੰਦੇ ਪ੍ਰਤੀ ਲੋਇਲ, ਜਾਂ ਕਿਸ ਤਰ੍ਹਾਂ ਦਾ ਦੇਖਿਆ ਜਾਂਦਾ ਹੈ, ਹਜੇ ਅਸੀਂ ਇਸ ਤਰ੍ਹਾਂ ਦੀ ਕੋਈ ਟੀਕਾ ਟਿੱਪਣੀ ਤਾਂ ਕਰ ਨਹੀਂ ਸਕਦੇ। ਪਰ ਹਜੇ ਕੋਈ ਗੌਰਮੈਂਟ ਦਾ ਇਸ ਤਰ੍ਹਾਂ ਦਾ, ਸਰਕਾਰ ਦਾ ਕੋਈ ਨਜ਼ਰੀਆ ਸਾਹਮਣੇ ਨਹੀਂ ਆ ਰਿਹਾ ਵੀ ਬੰਦਿਆਂ ਦੀ ਚੋਣ ਦੇ ਵਿੱਚ ਕਿਸ ਤਰ੍ਹਾਂ ਦਾ ਤਰੀਕਾਕਾਰ। ਜੇ ਅਮਰ ਅਰੋੜਾ ਬਹੁਤ ਵਧੀਆ ਪ੍ਰਭਾਵਸ਼ਾਲੀ ਲੀਡਰ ਹੈ ਤਾਂ ਪਹਿਲੀ ਵਾਰੀ 'ਚ ਸਹੁੰ ਕਿਉਂ ਨਹੀਂ ਚੁਕਾਈ ਗਈ ਉਸਨੂੰ? ਇਹ ਵੀ ਤਾਂ ਸਵਾਲ ਖੜ੍ਹਾ ਹੁੰਦਾ ਕਿ 2-3 ਮਹੀਨੇ ਉਹ ਜਿਹੜਾ ਹੈ ਉਹਨੂੰ ਅਹਿਸਾਸ ਕਰਾਇਆ ਗਿਆ ਸੀ, ਕਿਉਂਕਿ ਪਿੱਛੇ ਜਿਹੇ ਕਨਸੂਆਂਸੀ ਵੀ ਪਿਛਲੇ 5 ਸਾਲ ਚੱਲਦੀਆਂ ਰਹੀਆਂ ਕਈ ਤਰ੍ਹਾਂ ਦੀਆਂ, ਵੀ ਕੀ ਅਹਿਸਾਸ ਕਰਾਉਣ ਵਾਸਤੇ 2-3 ਮਹੀਨੇ ਦਾ ਵਕਵਾ ਪਾ ਕੇ ਸਹੁੰ ਚੁਕਾਈ ਜਾਂਦੀ। ਮਤਲਬ ਇਹ ਕਈ ਤਰ੍ਹਾਂ ਦੀਆਂ ਗੁੰਝਲਾਂ ਨੇ, ਕਈ ਤਰ੍ਹਾਂ ਦੀਆਂ ਚੋਰ ਮੋਰੀਆਂ ਨੇ, ਕਈ ਤਰ੍ਹਾਂ ਦਾ ਜਿਹੜਾ ਪਿੱਠ ਵਰਤੀ ਜਿਹੜਾ ਕੁਛ ਚੱਲਦਾ ਰਹਿੰਦਾ ਹੈ, ਜਿਵੇਂ ਫਿਲਮਾਂ 'ਚ ਬੈਕਗਰਾਊਂਡ ਬੈਕ ਸੀਨ 'ਤੇ ਚੱਲਦਾ ਹੈ, ਇਹ ਬਹੁਤ ਕੁਛ ਸਿਆਸਤ 'ਚ ਵੀ ਚੱਲਦਾ ਹੈ। ਅਤੇ ਉਹ ਆਮ ਆਦਮੀ ਪਾਰਟੀ ਵੀ ਉਹ ਜਿਸ ਤਰ੍ਹਾਂ ਦੀ ਸਿਆਸਤ ਕਰਦੀ ਹੈ, ਉਹੀ ਕੁਛ ਜਿਹੜਾ ਹੈ ਉਹ ਚੱਲਦਾ ਦਿਖਾਈ ਦੇ ਰਿਹਾ ਹੈ। ਦਵਿੰਦਰ ਜੀ, ਜਿਵੇਂ ਤੁਸੀਂ ਦੱਸਿਆ ਵੀ ਖਿੱਤੇ ਵਾਈਜ਼ ਵੀ ਗੱਲ ਕੀਤੀ ਹੈ, ਪੁਰਾਣੇ ਮੰਤਰੀਆਂ ਦੀ ਗੱਲ ਵੀ ਕੀਤੀ ਹੈ, ਪਰ ਜੇ ਇਸ ਦੇ ਨਾਲ ਹੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਦਾਅਵਾ ਕੀਤਾ ਜਾ ਰਿਹਾ ਸੀ ਕਿਉਂਕਿ ਸਾਡੇ ਵੱਲੋਂ ਸਾਬਕਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ, ਕਿਉਂਕਿ ਉਹਨਾਂ ਨੂੰ ਤਜਰਬਾ ਹੈ, ਉਹਨਾਂ ਦੇ ਤਜਰਬੇ ਦੀ ਅਸੀਂ ਵਰਤੋਂ ਕਰਾਂਗੇ। ਕਈ ਜੇ ਗੱਲ ਕਰੀਏ ਇਸ ਤਰ੍ਹਾਂ ਵੱਖ-ਵੱਖ ਖੇਤਰਾਂ ਨਾਲ ਜੁੜੇ ਹੋਏ ਕਈ ਬੰਦੇ ਡਾਕਟਰ ਨੇ, ਵਕੀਲ ਨੇ, ਮਤਲਬ ਇਸ ਤਰ੍ਹਾਂ ਦੇ ਕਈ ਜਿਹੜੇ ਹੈਗੇ ਆ ਵਿਧਾਇਕਾਂ ਨੂੰ ਜਿਹੜਾ ਹੈਗਾ ਚੋਣ ਮੈਦਾਨ 'ਚ ਉਤਾਰਿਆ ਗਿਆ ਸੀਗਾ, ਲੀਡਰਾਂ ਨੂੰ ਵੀ, ਪਰ ਉਹਨਾਂ 'ਚੋਂ ਕਿਸੇ ਨੂੰ ਵੀ ਜਿਹੜਾ ਹੈਗਾ ਕੈਬਨਿਟ 'ਚ ਥਾਂ ਨਹੀਂ ਮਿਲੀ। ਵੀ ਇਸ ਨੂੰ ਕਿਵੇਂ ਦੇਖੋਗੇ ਤੁਸੀਂ? ਨਹੀਂ, ਬਿਲਕੁਲ ਇਹ ਬੜੀ ਲੋਕਾਂ ਨੂੰ ਵੀ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਵੀ ਜਦੋਂ ਜੇ ਮਿਸਾਲ ਦੇ ਤੌਰ 'ਤੇ ਜਿਵੇਂ ਤੁਸੀਂ ਕਿਹਾ ਵੀ ਸਾਬਕਾ IPS ਅਫਸਰ ਆਪਾਂ ਕੁੰਵਰ ਵਿਜੇ ਪ੍ਰਤਾਪ ਦਾ ਨਾਮ ਲੈ ਲਈਏ, ਜਦੋਂ ਕੁੰਵਰ ਵਿਜੇ ਪ੍ਰਤਾਪ ਬਾਈਬਲ ਕਲਾਂ ਜਾਂ ਬਰਗਾੜੀ ਕਾਂਡ ਜਾਂ ਕੋਟਕਪੂਰਾ ਜਿਹੜੇ ਇਹਨਾਂ ਇਨਸੀਡੈਂਟਸ ਦੇ ਵਿੱਚੋਂ ਕਿਸੇ ਦੀ ਜਾਂਚ ਕਰਦੇ ਹੈ, SIT ਰਿਪੋਰਟ ਦਿੰਦੀ ਹੈ, ਉਹ ਚਰਚਾ 'ਚ ਆਉਂਦੀ ਹੈ, ਉਦੋਂ ਤਾਂ ਉਹ ਆਮ ਆਦਮੀ ਪਾਰਟੀ ਲਈ ਬਹੁਤ ਵੱਡਾ ਹੀਰੋ ਸੀ। ਜਿਹੜੀਆਂ ਵੀਡੀਓਜ਼ ਜਿਹੜੀਆਂ ਨੇ ਅੱਜ ਵੀ ਸੋਸ਼ਲ ਮੀਡੀਆ 'ਤੇ, ਫੇਸਬੁੱਕ 'ਤੇ ਅਸੀਂ ਦੇਖ ਸਕਦੇ ਹਾਂ, ਚਾਹੇ ਉਹ ਅਰਵਿੰਦ ਕੇਜਰੀਵਾਲ ਹੋਣ ਚਾਹੇ ਭਗਵੰਤ ਮਾਨ ਹੋਣ, ਉਹਨਾਂ ਦੇ ਤਾਰੀਫਾਂ ਦੇ ਪੁਲ ਬੰਦੇ ਨਹੀਂ ਥੱਕਦੇ। ਅੱਜ ਜਿਵੇਂ ਪਾਰਟੀ ਦੇ ਵਿੱਚ ਲੱਗ ਰਿਹਾ, ਇਹ ਦਿਖਾਈ ਦੇ ਰਿਹਾ ਵੀ ਕਾਰਨਰ ਕੀਤਾ ਹੋਇਆ ਹੈ। ਜਿਵੇਂ ਵਿਧਾਨ ਸਭਾ ਦੇ ਵਿੱਚ ਵੀ ਜਿਹੜੇ ਇਸ਼ੂ 'ਤੇ ਉਹ ਗੱਲ ਕਰਨੀ ਚਾਹੁੰਦਾ ਸੀ, ਵਿਸਥਾਰ 'ਚ ਡਿਬੇਟ ਕਰਨੀ ਚਾਹੁੰਦੇ ਸੀ, ਉਹ ਇਸ਼ੂ ਉਹਨੂੰ ਉਠਾਉਣ ਨਹੀਂ ਦਿੱਤਾ ਗਿਆ। ਉਹ ਲੱਗਦਾ ਵੀ ਜਦੋਂ ਸੱਤਾ ਹਾਸਲ ਕਰ ਲੈਂਦੀ ਹੈ ਕੋਈ ਵੀ ਪਾਰਟੀ, ਉਦੋਂ ਜਿਹੜੇ ਉਹੋ ਜਿਹੇ ਬੰਦੇ ਹੁੰਦੇ ਨੇ ਜਿਹੜੀ ਖਰੀ ਖੋਟੀ ਗੱਲ ਕਰਨ ਵਾਲੇ ਹੁੰਦੇ ਨੇ, ਜਾਂ ਅਸੀਂ ਕਹਿ ਲਈਏ ਪੇਸ਼ੇਵਰ ਹੁੰਦੇ ਨੇਗੇ, ਉਸ ਤਰ੍ਹਾਂ ਕਈ ਵਾਰੀ ਰਾਜਨੀਤਿਕ ਪਾਰਟੀਆਂ ਨੂੰ ਜਾਂ ਰਾਜਨੀਤਿਕ ਆਗੂਆਂ ਨੂੰ ਉਹ ਰੜਕਣ ਲੱਗ ਜਾਂਦੇ ਨੇ। ਉਹਨਾਂ ਨੂੰ ਲੱਗਦਾ ਵੀ ਜੇ ਪੁਰਾਣੀ ਕੁਰਸੀ 'ਤੇ ਹੁੰਦੇ ਹੋਏ, ਇੱਕ ਅਫਸਰ ਹੁੰਦੇ ਹੋਏ, ਜੇ ਕਿਸੇ ਪਾਰਟੀ ਲਈ, ਸਰਕਾਰ ਲਈ ਵਕਤ ਪਾ ਸਕਦਾ ਤਾਂ ਹੋ ਸਕਦਾ ਸਾਡੇ ਲਈ ਕੋਈ ਵੱਡਾ ਹੀ ਰਫੜ ਨਾ ਖੜਾ ਕਰਦੇ। ਅਤੇ ਇਸ ਲਈ ਕਈ ਵਾਰੀ ਜਿਹੜੇ ਅਸੀਂ ਦੇਖਦੇ ਹਾਂ ਵੀ ਹਾਲਾਂਕਿ ਪਹਿਲੀ ਕੈਬਨਿਟ ਜਦੋਂ ਬਣੀ ਹੈਗੀ, ਉਹਦੇ 'ਚ ਡਾਕਟਰ ਬਲਜੀਤ ਕੌਰ ਜਿਹੜੇ ਨੇ ਮੈਡੀਕਲ ਲਾਈਨ ਨਾਲ ਸੰਬੰਧ ਰੱਖਦੇ ਸੀ, PCSMS ਡਾਕਟਰ ਵੀ ਰਹੇ, SMO ਰਹੇ, ਉਹ ਲੈ ਗਏ। ਆਮ ਤੌਰ 'ਤੇ ਅਸੀਂ ਦੇਖਦੇ ਹਾਂ ਵੀ ਪੇਸ਼ੇਵਰ ਜਿਹੜੇ ਬੰਦੇ ਨੇਗੇ ਉਹ ਕਿਸੇ ਨਾ ਕਿਸੇ ਪਾਸਿਓਂ ਖੁੰਝ ਜਾਂਦੇ ਨੇ, ਜਾਂ ਤਾਂ ਉਹ ਸਰਕਾਰਾਂ ਜਾਂ ਪਾਰਟੀਆਂ ਉਹਨਾਂ ਨੂੰ ਪਸੰਦ ਨਹੀਂ ਕਰਦੀਆਂ, ਜਾਂ ਉਹਨਾਂ ਨੂੰ ਲੱਗਦੀ ਹੈ ਵੀ ਲੱਗਦਾ ਹੈ ਵੀ ਕਿਤੇ ਨਾ ਕਿਤੇ ਇਹ ਰਾਹ ਦਾ ਰੋੜਾ ਬਣਨਗੇ, ਕੋਈ ਪੰਗਾ ਖੜਾ ਕਰਨਗੇ।
ਇਹ ਅਕਸਰ ਦੇਖਿਆ ਜਾਂਦਾ ਹੈ, ਇਕੱਲੀ ਆਮ ਆਦਮੀ ਪਾਰਟੀ ਨਹੀਂ, ਕਿਉਂਕਿ ਆਮ ਆਦਮੀ ਪਾਰਟੀ ਦਾ ਕਿਰਦਾਰ ਵੀ ਤਾਂ ਅਕਾਲੀਆਂ ਅਤੇ ਕਾਂਗਰਸੀਆਂ ਅਤੇ ਭਾਜਪਾਈਆਂ ਵਰਗਾ ਹੀ ਹੈ। ਸਿਆਸੀ ਪਾਰਟੀਆਂ ਦਾ ਖਾਕਾ ਜਿਹੜਾ ਉਹਨਾਂ ਦਾ ਜਿਹੜਾ ਸਿਆਸੀ ਖਾਸਾ ਹੁੰਦਾ ਨਾ, ਉਹ ਕੋਈ ਬਹੁਤਾ 19 ਦਾ ਹੀ ਫਰਕ ਹੁੰਦਾ ਹੈ। ਪੱਗਾਂ ਦੇ ਰੰਗ ਬਦਲਦੇ ਆ, ਕੱਪੜਿਆਂ ਦੇ ਰੰਗ ਬਦਲਦੇ ਆ, ਚਿਹਰਿਆਂ ਦੇ ਰੰਗ ਬਦਲਦੇ ਆ, ਖਾਸਾ ਤਕਰੀਬਨ ਇੱਕੋ ਜਿਹਾ ਹੀ ਹੁੰਦਾ ਹੈ ਜੀ। ਇਹ ਦਵਿੰਦਰ ਜੀ, ਇਹ ਤਾਂ ਸੀ ਕੈਬਨਿਟ ਦੇ ਵਿਸਤਾਰ ਦੀ ਗੱਲ। ਜੇ ਗੱਲ ਇਸ ਦੇ ਨਾਲ ਹੀ ਕਰੀਏ, ਜਿਵੇਂ ਕਿ ਸ਼ੁਰੂਆਤ ਦੇ ਵਿੱਚ ਹੀ ਗੱਲ ਕੀਤੀ ਹੈ ਵੀ ਕਿ ਸਰਕਾਰ ਬਣੇ ਨੂੰ ਅੱਜ 3.5 ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਅਤੇ ਇਹ 3.5 ਮਹੀਨਿਆਂ ਦੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਬਿਨਾਂ ਸ਼ੱਕ ਮੈਨੂੰ ਲੱਗਦਾ ਵੀ ਹਿੰਦੁਸਤਾਨ ਦੇ ਵਿੱਚ ਰੇਅਰ ਤੋਂ ਰੇਅਰੈਸਟ ਗੌਰਮੈਂਟ ਹੋਊ ਜੇ ਅਸੀਂ ਕਰਪਸ਼ਨ ਵਾਲੇ ਐਂਗਲ ਤੋਂ ਕਹਿ ਦਈਏ ਵੀ ਜਿਹਨੇ ਆਪਦਾ ਹੀ ਮੰਤਰੀ ਚੱਕ ਕੇ ਅੰਦਰ ਦਿੱਤਾ ਹੋ। ਜੀ, ਇੱਥੇ ਜਿਹੜੀ ਅਸੀਂ ਕਹਿੰਦੇ ਵੀ ਭਗਵੰਤ ਮਾਨ ਦੀ ਸਰਕਾਰ ਦੀ ਸ਼ਲਾਘਾ ਕਰਨੀ ਬਣਦੀ ਹੈ। ਉਹਨਾਂ ਨੇ ਆਪਦਾ ਮੰਤਰੀ ਵੀ ਚੱਕ ਕੇ ਅੰਦਰ ਦਿੱਤਾ। ਪੁਰਾਣੀ ਸਰਕਾਰ ਦਾ ਜੰਗਲਾਤ ਮੰਤਰੀ, ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਵੀ ਅੰਦਰ ਦਿੱਤਾ। ਜੀ, ਸੰਗਤ ਸਿੰਘ ਗਿਲਜੀਆਂ 'ਤੇ ਵੀ ਪਰਚਾ ਦਰਜ ਕੀਤਾ। ਇਸ ਤੋਂ ਬਿਨਾਂ ਖੁਰਾਕ ਸਪਲਾਈ ਵਿਭਾਗ ਦੀ ਇੱਕ ਇਨਕੁਆਇਰੀ ਚੱਲ ਰਹੀ ਹੈ। ਸਿਹਤ ਮਹਿਕਮੇ ਦੀਆਂ ਕਈ ਇਨਕੁਆਇਰੀਆਂ ਚੱਲ ਰਹੀਆਂ ਨੇ। ਭਗਵੰਤ ਮਾਨ ਨੇ ਵੀ ਕਿਹਾ ਵੀ ਭਾਵੇਂ ਵਾਸ਼ਿੰਗ ਮਸ਼ੀਨ ਵਾਲੀ ਪਾਰਟੀ 'ਚ ਵੱਡੀ ਪਾਰਟੀ ਚਲੇ ਜਾਓ, ਪਰ ਇਹ ਕਾਰਵਾਈ ਜਿਹੜੀ ਹੈ ਉਹ ਹੋ ਕੇ ਰਹੂਗੀ। ਜੀ, ਅਸੀਂ ਜਿਹੜਾ ਅਸੀਂ ਕਹਿ ਸਕਦੇ ਵੀ ਇਸ ਐਂਗਲ ਤੋਂ ਗੌਰਮੈਂਟ ਦੀ ਸ਼ਲਾਘਾ ਕਰਨੀ ਬਣਦੀ ਹੈ ਵੀ ਜਿਹਨੇ ਵੀ ਪੰਜਾਬ ਦਾ ਨੁਕਸਾਨ ਕੀਤਾ ਹੈ ਵਿੱਤੀ ਤੌਰ 'ਤੇ ਜਾਂ ਵੈਸੇ, ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਜਿਵੇਂ ਸਿੰਜਾਈ ਘੁਟਾਲੇ ਦੇ ਵਿੱਚ ਵੀ ਇਹਨਾਂ ਨੇ ਚਿੱਠੀ ਜਿਹੜੀ ਹੈ ਪਰਸੋਨਲ ਵਿਭਾਗ ਨੂੰ ਲਿਖੀ ਹੋਈ ਹੈ। 3 IAS ਅਫਸਰਾਂ ਅਤੇ 2 ਸਾਬਕਾ ਮੰਤਰੀਆਂ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ। ਇਹਦੇ ਨਾਲ ਜੁੜਿਆ ਹੋਇਆ ਇੱਕ ਸਭ ਤੋਂ ਵੱਡਾ ਬੁਨਿਆਦੀ ਮੁੱਦਾ ਵੀ ਪੰਜਾਬ ਦੇ ਜਿਹੜੇ ਬੁਨਿਆਦੀ ਮੁੱਦੇ ਨੇ, ਕਿਸਾਨਾਂ ਦੀਆਂ ਆਤਮ ਹੱਤਿਆਵਾਂ ਉਵੇਂ ਹੋ ਰਹੀਆਂ ਨੇ, ਉਹਦੇ ਲਈ ਸਰਕਾਰ ਨੂੰ ਠੋਸ ਨੀਤੀ ਅਪਣਾਉਣੀ ਪਊ ਜਿਹੜੀ ਹਜੇ ਮਿਸਿੰਗ ਹੈ। ਚਿੱਟੇ ਦੀ ਓਵਰਡੋਜ਼ ਨਾਲ ਨੌਜਵਾਨ ਅੱਜ ਵੀ ਮਰ ਰਹੇ ਨੇ, ਉਹਦੇ ਲਈ ਬਹੁਤ ਜ਼ਰੂਰੀ ਹੈ। ਰੇਤੇ ਦਾ ਹਾਲ ਇਹ ਹੈ ਵੀ ਮਿਲ ਹੀ ਨਹੀਂ ਰਿਹਾ ਕਿਸੇ ਨੂੰ। ਹਾਲਾਂਕਿ ਵਿਰੋਧੀ ਤਾਂ ਦੋਸ਼ ਲਾਉਂਦੇ ਨੇ ਵੀ ਨਜਾਇਜ਼ ਖਨਨ ਜਿਹੜੀ ਹੈ ਉਸੇ ਤਰ੍ਹਾਂ ਚੱਲ ਰਹੀ ਹੈ। ਚਲੋ ਅਸੀਂ ਕਹਿ ਦਈਏ ਨਹੀਂ ਵੀ ਚੱਲਦੀ, ਤਾਂ ਲੋਕਾਂ ਨੂੰ ਰੇਤਾ ਮਿਲ ਵੀ ਨਹੀਂ ਰਿਹਾ। ਜਿਹਨੂੰ ਉਸਾਰੀ ਕਰਨੀ ਹੈ, ਕਸੂਰ ਕਰਨੀ ਹੈ, ਉਹ ਬਹੁਤ ਬੁਰਾ ਹਾਲ ਹੋਇਆ ਪਿਆ ਹੈਗਾ। ਅਤੇ ਇਸ ਲਈ ਜਿਹੜੇ ਪੰਜਾਬ ਦੇ ਬੁਨਿਆਦੀ ਮੁੱਦੇ ਨੇ, ਸਾਡਾ ਯੂਥ ਇੱਥੋਂ ਬਾਹਰ ਨਿਰਾਸ਼ਾ ਦੇ ਆਲਮ ਦੇ ਵਿੱਚ ਕਿਉਂ ਦੌੜ ਰਿਹਾ ਹੈ, ਸਾਡਾ ਕਿਸਾਨ ਜਿਹੜਾ ਕਰਜ਼ਈ ਕਿਸਾਨ, ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਿਵੇਂ ਕਰਨਾ ਹੈਗਾ, ਸਾਡੇ ਮਾਫੀਆ ਮੁਕਤ ਕਿਵੇਂ ਕਰਾਉਣਾ ਹੈ, ਚਾਹੇ ਉਹ ਸ਼ਰਾਬ ਮਾਫੀਆ ਹੈ, ਚਾਹੇ ਉਹ ਕੇਬਲ ਮਾਫੀਆ ਹੈ, ਚਾਹੇ ਉਹ ਲੈਂਡ ਮਾਫੀਆ ਹੈ, ਚਾਹੇ ਉਹ ਰੇਤ ਮਾਫੀਆ ਹੈ। ਇਸ ਤਰ੍ਹਾਂ ਦੇ ਮਾਫੀਆ ਤੋਂ ਕਿਵੇਂ ਮੁਕਤ ਹੋਣਾ, ਇਹਦੀ ਜਿਹੜੀ ਠੋਸ ਰਣਨੀਤੀ ਅਸੀਂ ਕਹਿ ਲਈਏ ਵੀ 3.5 ਮਹੀਨਿਆਂ ਦਾ ਟਾਈਮ ਵੀ ਥੋੜ੍ਹਾ ਖੈਰ, ਉਹ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਜੂ ਵੀ ਸਰਕਾਰ ਇਹਨਾਂ ਇਸ਼ੂਜ਼ 'ਤੇ ਜਿਹੜਾ ਕਿਸ ਤਰ੍ਹਾਂ ਦੀ ਕਾਰਵਾਈ ਕਰਦੀ ਹੈ। ਸਾਡਾ ਕਿਸਾਨ ਜਿਹੜਾ ਹੈ ਹਿੰਦੁਸਤਾਨ ਦੇ ਵਿੱਚ ਕਦੇ ਹਰੀ ਕ੍ਰਾਂਤੀ ਦਾ ਮੋਹਰੀ ਮੰਨਿਆ ਜਾਂਦਾ ਸੀ ਅਤੇ ਖੁਸ਼ਹਾਲ ਸੂਬਾ ਸੀ, ਉੱਥੇ ਲਿਜਾਣ ਦੇ ਵਿੱਚ ਜਿਸ ਤਰ੍ਹਾਂ ਦੇ ਸਬਜ਼ ਬਾਗ, ਜਿਵੇਂ ਅਸੀਂ ਅਨਮੋਲ ਗਗਨ ਮਾਨ ਦੀਆਂ ਪੁਰਾਣੇ ਵੀਡੀਓ 'ਚ ਦੇਖਦੇ ਵੀ 1 ਘੰਟੇ 'ਚ 5 ਮਿੰਟ 'ਚ ਪਤਾ ਨਹੀਂ 23 ਫਸਲਾਂ ਦਾ ਜਿਹੜਾ MSP ਆਮ ਆਦਮੀ ਪਾਰਟੀ ਦੀ ਸਰਕਾਰ ਦਿਓ। 3.5 ਮਹੀਨੇ ਹੋ ਗਏ ਜੀ। ਇੱਕੋ ਫਸਲ ਦਾ ਦੇਣਾ ਸੀ, ਉਹਦੇ 'ਚ ਹੀ ਧੂੰਆਂ ਨਿਕਲ ਗਿਆ। ਬਿਲਕੁਲ, ਮੂੰਗੀ ਨਹੀਂ ਜਲੂਸ ਕੱਢਤਾ। 23 ਦਾ ਤਾਂ ਪਤਾ ਨਹੀਂ ਦੇਣਗੇ ਕੀ ਦੇਣਗੇ, 3 ਦਾ ਦੇਣਗੇ, 2 ਦਾ ਦੇਣਗੇ, 16 ਦਾ ਦੇਣਗੇ, 15 ਦਾ ਦੇਣਗੇ, ਅਤੇ ਕੀ ਦੇਣਗੇ ਜਾਂ ਨਹੀਂ ਦੇਣਗੇ। ਇੱਕ ਨੇ ਜਿਹੜਾ ਉਹ ਇੱਕ ਮਤਲਬ ਸ਼ੀਸ਼ਾ ਦਿਖਾਤਾ ਇਹਨਾਂ ਨੂੰ, ਜੇ ਵਾਅਦਾ ਕੀਤਾ 23 ਦਾ ਤਾਂ 23 ਦਾ ਦੇਣ, ਜੋ ਦੇ ਸਕਦੇ ਨੇ ਦੇ ਦੇਣ। ਭਾਰਤ ਸਰਕਾਰ ਝੋਨੇ ਦਾ ਅਤੇ ਕਣਕ ਦਾ ਦਿੰਦੀ ਹੈ, ਇਹ ਬਾਕੀ ਦਾ ਇਹ ਦੇ ਦੇਣ, ਇਹ ਪਤਾ ਲੱਗ ਜਾਊਗਾ ਜੀ। ਦਵਿੰਦਰ ਜੀ, ਜਿਵੇਂ ਤੁਸੀਂ ਕਿਹਾ ਵੀ ਕਿ ਇਹ ਭਾਰਤ ਦੀ ਕੋਈ ਇਕਲੌਤੀ ਪਾਰਟੀ ਅਜਿਹੀ ਹੋਵੇਗੀ ਜਿਸ ਨੇ ਆਪਣੇ ਮੌਜੂਦਾ ਕੈਬਨਿਟ ਮੰਤਰੀ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ 'ਤੇ ਕਾਰਵਾਈ ਕੀਤੀ ਹੈ, ਪਰ ਦੂਜੇ ਪਾਸੇ ਗੱਲ ਕਰੀਏ ਤਾਂ ਇਹੀ ਇੱਕ ਇਕਲੌਤੀ ਪਾਰਟੀ ਹੋਏਗੀ ਜਿਹੜੀ ਕਿ 117 ਚੋਂ 92 ਸੀਟਾਂ 'ਤੇ ਜਿੱਤ ਹਾਸਲ ਕਰਨ ਤੋਂ 3 ਮਹੀਨੇ ਬਾਅਦ ਜਿਮਨੀ ਚੋਣ ਵੀ ਬਹੁਤ ਬੁਰੇ ਤਰੀਕੇ ਨਾਲ ਹਾਰਦੀ ਹੈ। ਇਹ ਵੀ ਜਿਹੜੀ ਹੈਗੀ ਇੱਕ ਇਤਿਹਾਸਕ ਜਿਹੜੀ ਹੈਗੀ ਆ ਹਾਰ ਆਮ ਆਦਮੀ ਪਾਰਟੀ ਨੂੰ ਨਮੋਸ਼ੀ ਦੇਖਣੀ ਪਈ ਹੈ। ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਵੀ ਕਿ ਇਸ ਪਿੱਛੇ ਵੀ ਇਹੀ ਕਾਰਨ ਹੈ ਵੀ ਕਿ ਸਰਕਾਰ ਬੁਨਿਆਦੀ ਮੁੱਦਿਆਂ ਤੋਂ ਜਿਹੜੀ ਦੂਰ ਹੁੰਦੀ ਦਿਖਾਈ ਦਿੱਤੀ ਹੈ? ਉਹਦੇ 'ਚ ਮੈਂ ਕਹੂੰਗਾ ਵੀ ਦੇਖੋ, ਇਸ ਪਾਰਟੀ ਨੂੰ ਅੰਤਰਝਾਤ ਮਾਰਨ ਦੀ ਲੋੜ ਹੈ, ਸਵੈ ਪੜਚੋੜ ਦੀ ਲੋੜ ਹੈ ਵੀ 3 ਮਹੀਨਿਆਂ ਦੇ ਵਿੱਚ ਹੀ ਸਾਨੂੰ ਲੋਕਾਂ ਨੇ ਰੱਦ ਕਿਉਂ ਕਰਤਾ। ਮੈਨੂੰ ਲੱਗਦਾ ਵੀ ਇਹ ਰੇਅਰ ਤੋਂ ਰੇਅਰੈਸਟ ਇਸ ਤਰ੍ਹਾਂ ਦਾ ਮਸਲਾ ਸਾਹਮਣੇ ਆਉਂਦਾ ਹੈ ਜਦੋਂ 3 ਮਹੀਨਿਆਂ ਦੇ ਵਿੱਚ ਵੀ ਪੰਜਾਬ ਦੇ ਲੋਕ ਜਾਂ ਕਿਸੇ ਵੀ ਸੂਬੇ ਦੇ ਲੋਕ ਕਿਸੇ ਸਥਾਪਿਤ ਪਾਰਟੀ ਦੀ ਕਾਰਗੁਜ਼ਾਰੀ 'ਤੇ ਇੱਕ ਤਰ੍ਹਾਂ ਨਾਲ ਸਵਾਲੀਆ ਨਿਸ਼ਾਨ ਲਾ ਦੇਣ ਵੋਟ ਨਾ ਪਾ ਕੇ। ਜੀ, ਉਹਦੇ 'ਚ 2-3 ਗੱਲਾਂ ਅਸੀਂ ਕਹਿ ਸਕਦੇ ਹਾਂ। ਸਭ ਤੋਂ ਵੱਡੀ ਗੱਲ ਤਾਂ ਇਹ ਵੀ ਹਜੇ ਤੱਕ ਪਾਰਟੀ ਦੀ ਕਿਸੇ ਪੱਖੋਂ ਬਦਨਾਮੀ ਨਹੀਂ ਹੋਈ ਜੀ। ਕੋਈ ਕਰਪਸ਼ਨ ਦਾ ਕਿਸੇ ਮੰਤਰੀ 'ਤੇ ਐਲੀਗੇਸ਼ਨ ਨਹੀਂ, ਜਿਹੜੇ 'ਤੇ ਮੰਤਰੀ ਦੇ ਪੈਸੇ ਮੰਗਣ ਦੇ ਦੋਸ਼ ਲੱਗੇ ਉਹ ਚੱਕ ਕੇ ਅੰਦਰ ਦਿੱਤਾ ਜੀ। ਬਿਲਕੁਲ, ਜਦੋਂ ਸਰਕਾਰ ਨੇ ਕੋਈ ਮਾੜਾ ਕੰਮ ਨਾ ਕੀਤਾ ਹੋਵੇ, ਕੋਈ ਘਪਲਾ ਨਾ ਕੀਤਾ ਹੋਵੇ, ਕੋਈ ਕਰਪਸ਼ਨ ਨਾ ਕੀਤੀ ਹੋਵੇ, ਕੋਈ ਬੰਦੇ ਨਾ ਮਾਰੇ ਹੋਣ ਪੁਲਿਸ ਗੋਲੀ ਨਾਲ ਕੁਛ, ਫਿਰ ਵੀ ਇਹ ਸਰਕਾਰ ਨਾ ਪੈਣਾ, ਇਸ ਵਾਕਈ ਸਵੈ ਪੜਚੋਲ ਦਾ ਮੁੱਦਾ ਹੈ ਜੀ। ਇੱਕ ਗੱਲ ਜ਼ਰੂਰ ਸਾਹਮਣੇ ਆਈ ਹੈ ਵੀ ਪਾਰਟੀ ਦੇ ਸਾਰੇ MLA ਇੱਕ ਤਰ੍ਹਾਂ ਨਾਲ ਵਰਕਰਾਂ ਤੋਂ, ਵਲੰਟੀਅਰਾਂ ਤੋਂ ਟੁੱਟ ਚੁੱਕੇ ਸੀ, ਉਹਨਾਂ ਦੇ ਫੋਨ ਨਹੀਂ ਚੁੱਕਦੇ, ਇਸ ਕਰਕੇ ਲੋਕਾਂ ਨੇ ਗੁੱਸਾ ਕੱਢਿਆ। ਇਸ ਲਈ ਪਾਰਟੀ ਚਾਹੇ ਆਮ ਆਦਮੀ ਹੈ,
ਚਾਹੇ ਅਕਾਲੀ ਦਲ ਹੈ ਚਾਹੇ ਕਾਂਗਰਸ ਹੈ। ਜਿਵੇਂ ਕੱਲ੍ਹ ਭਾਰਤੀ ਜਨਤਾ ਪਾਰਟੀ ਦੇ ਨਰਿੰਦਰ ਮੋਦੀ ਨੇ ਵੀ ਕਿਹਾ ਹੈ, ਜਿਹੜੀ ਵਰਕਰਾਂ ਤੋਂ ਟੁੱਟ ਗਈ ਨਾ, ਉਹ ਫਿਰ ਸੱਤਾ ਤੋਂ ਵੀ ਟੁੱਟ ਗਈ ਜੀ। ਇਸ ਲਈ ਆਮ ਆਦਮੀ ਪਾਰਟੀ ਲਈ ਇਹ ਬਹੁਤ ਵੱਡਾ ਲੈਸਨ ਹੈ। ਲੋਕਾਂ ਦੇ ਫੋਨ ਵੀ ਚੱਕਣੇ ਪੈਣਗੇ, ਲੋਕਾਂ ਦੇ ਸਹੀ ਤੇ ਜਾਇਜ਼ ਕੰਮ ਵੀ ਕਰਨੇ ਪੈਣਗੇ ਬਿਨਾਂ ਪੈਸੇ ਲਏ ਜੀ। ਇਸ ਲਈ ਵਰਕਰਾਂ ਨੂੰ ਜਿਹੜੀ ਪਾਰਟੀ ਇਗਨੋਰ ਕਰਨ ਦੀ ਬਜਾਏ ਹਿੱਕ ਨਾਲ ਲਾ ਕੇ ਰੱਖੂਗੀ, ਇਮਾਨਦਾਰੀ ਨਾਲ ਉਹਨਾਂ ਨੂੰ ਸੰਭਾਲ ਕੇ ਰੱਖੂਗੀ, ਇਮਾਨਦਾਰੀ ਨਾਲ ਉਹਨਾਂ ਤੋਂ ਕੰਮ ਲਊਗੀ, ਉਹੀ ਪਾਰਟੀ ਸੱਤਾ ਦਾ ਆਨੰਦ ਮਾਣ ਸਕਦੀ ਹੈ। ਇਹ ਅਸੀਂ ਪਿਛੋਕੜ 'ਚ ਵੀ ਦੇਖਿਆ ਅਤੇ ਆਹ ਹੁਣ ਵੀ ਅਸੀਂ ਦੇਖ ਲਿਆ। ਇਹ ਮੁੱਦੇ ਜਿਹੜੇ ਆ ਮੁੱਖ ਕਾਰਨ ਸਾਨੂੰ ਇਸ ਪਾਰਟੀ ਦੀ ਹਾਰ ਦੇ ਜਿਹੜੇ ਆ ਦਿਖਾਈ ਦਿੰਦੇ ਆ। ਇਹ 'ਚ ਕਿੰਨਾ ਕੁ ਸੁਧਾਰ ਕਰਦੇ ਆ ਜਾਂ ਨਹੀਂ ਕਰਦੇ, ਲੱਗ ਜੂ ਪਤਾ ਜੀ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।